ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਦੇ ਹਾਂ। ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਬਦਸਤੂਰ ਜਾਰੀ ਹੈ। ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਫਿਲਹਾਲ ਰੇੜਕਾ ਬਰਕਰਾਰ ਹੈ। ਇਸੇ ਦੇ ਵਿਚਕਾਰ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਬਿਹਾਰ ਤੋਂ ਬਾਅਦ ਹੁਣ ਇੱਕ ਮਹਾਪੰਚਾਇਤ ਹਰਿਆਣਾ ਦੇ ਵਿੱਚ ਹੋਈ ਆ। ਕੰਡੇਲਾ ਦੇ ਵਿੱਚ ਹੋਈ ਇਸ ਮਹਾਪੰਚਾਇਤ ਦੇ ਵਿੱਚ 50 ਖਾਪਾਂ ਦੇ ਲੋਕ ਪਹੁੰਚੇ ਨੇ, ਜਿਨ੍ਹਾਂ ਦਾ ਇੱਕ ਵੱਡਾ ਹਜੂਮ ਇਸ ਵਕਤ ਵੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਐਡਾ ਇਕੱਠ ਕਿਤੇ ਨਾ ਕਿਤੇ ਸਰਕਾਰ ਦੇ ਲਈ ਵੀ ਵੱਡੀ ਚੁਣੌਤੀ ਖੜੀ ਕਰਦਾ ਜਾ ਰਿਹਾ। ਇਸ ਕਰਕੇ ਪ੍ਰਸ਼ਾਸਨ ਲਗਾਤਾਰ ਇਹਨਾਂ ਖਾਪ ਪੰਚਾਇਤਾਂ ਨੂੰ ਲੈ ਕੇ ਵੀ ਸਤਰਕ ਨਜ਼ਰ ਆ ਰਿਹਾ। ਉਧਰ ਸਾਰੀ ਸਥਿਤੀ ਨੂੰ ਲੈ ਕੇ ਸੀਨੀਅਰ ਕਿਸਾਨ ਆਗੂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਕਿ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਦੀ ਰਣਨੀਤੀ ਰਹੇਗੀ ਤੇ ਮੌਜੂਦਾ ਹਾਲਾਤ ਕੀ ਨੇ, ਉਹ ਸੁਣਦੇ ਇਸ ਕਿਸਾਨ ਆਗੂ ਦੀ ਜ਼ੁਬਾਨੀ। ਬਹੁਤ ਵਧੀਆ ਸਾਨੂੰ ਇੱਥੇ ਮਤਲਬ ਸਾਡੇ ਕਿਸਾਨਾਂ ਵੱਲੋਂ ਸਮਰਥਨ ਮਿਲ ਰਿਹਾ ਹੈ। ਹਰਿਆਣੇ ਤੋਂ ਬਹੁਤ ਵਧੀਆ ਸਹਿਯੋਗ ਸਾਡੇ ਹਰਿਆਣੇ ਵਾਲੇ ਵੀਰਾਂ ਨੇ, ਯੂਪੀ ਦੇ ਵੀਰਾਂ ਨੇ ਫਿਰ ਦੁਬਾਰਾ ਮੁੜ ਦੁਬਾਰਾ ਆ ਕੇ ਮੋਰਚਿਆਂ ਨੂੰ ਸੰਭਾਲ ਕੇ ਮੋਹਰੀ ਰੋਲ ਅਦਾ ਕਰਦੇ ਹੋਇਆਂ ਉਹਨਾਂ ਨੇ ਆ ਕੇ ਮੋਰਚਿਆਂ ਨੂੰ ਫਿਰ ਸੰਭਾਲ ਲਿਆ ਹੈ। ਇਸ ਵੇਲੇ ਮੋਰਚੇ ਫਿਰ ਮਤਲਬ ਚੜ੍ਹਦੀ ਕਲਾ 'ਚ ਨੇ, ਚੜ੍ਹਦੀ ਕਲਾ 'ਚ ਰਹਾਂਗੇ ਦੋਸਤੋ। ਸਾਰਾ ਮੈਂ ਮਤਲਬ ਮੇਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਅੰਦੋਲਨ ਨਾਲ ਜੁੜੇ ਵੀਰਾਂ ਨੂੰ ਮੈਂ ਇਸ ਗੱਲ ਲਈ ਧੰਨਵਾਦੀ ਹਾਂ ਜਿਨ੍ਹਾਂ ਨੇ ਤੁਸੀਂ ਇਸ ਅੰਦੋਲਨ ਨੂੰ ਮੁੜ ਦੁਬਾਰਾ ਸੁਰਜੀਤ ਕੀਤਾ ਹੈ, ਹੌਸਲਾ ਦਿੱਤਾ ਹੈ ਤੇ ਇਸ ਅੰਦੋਲਨ ਨੂੰ ਵੱਧ ਚੜ੍ਹ ਕੇ ਸਹਿਯੋਗ ਦੇ ਕੇ ਚਲਾਉਣ ਦਾ ਯਤਨ ਕਰ ਰਹੇ। ਨਾਲ ਹੀ ਮੈਂ ਇੱਕ ਇਹ ਵੀ ਗੱਲ ਕਹੂੰਗਾ ਕਿ ਜਿਹੜੇ ਸਾਡੇ ਕਿਸਾਨ ਬੱਚੇ ਜਾਂ ਮਜ਼ਦੂਰ ਬੱਚੇ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਦੇ ਪਰਿਵਾਰਾਂ ਨੂੰ ਮੈਂ ਬੇਨਤੀ ਕਰੂੰਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਕਿਸੇ ਵੀ ਤਰ੍ਹਾਂ ਦੀ ਮਨ ਛੋਟਾ ਕਰਨ ਦੀ ਲੋੜ ਨਹੀਂ ਹੈ, ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਡੇ ਬੱਚੇ ਬਹਾਦਰੇ ਦੇ ਹੋ ਕੇ ਬਹਾਦਰਾਂ ਦੀ ਤਰ੍ਹਾਂ ਇਸ ਮੋਰਚੇ ਦੇ ਵਿੱਚ ਉਹਨਾਂ ਨੇ ਬਹਾਦਰਾਂ ਦੀ ਥਾਂ 'ਤੇ ਨਾਂ ਦਰਜ ਕਰਵਾਇਆ ਹੈ। ਔਰ ਸੰਯੁਕਤ ਮੋਰਚੇ ਵੱਲੋਂ ਤੁਹਾਡੇ ਬੱਚਿਆਂ ਦੇ ਜਿੰਨੇ ਵੀ ਮਤਲਬ ਲੀਗਲ ਆਪਣਾ ਕਾਨੂੰਨੀ ਸਲਾਹਕਾਰਾਂ ਦੀ ਲੋੜ ਪੈਣੀ ਹੈ, ਉਹਦੇ 'ਤੇ ਜਿੰਨਾ ਵੀ ਪੈਸਾ ਖਰਚ ਹੋਣਾ, ਉਹਨਾਂ ਦੇ ਕੇਸ ਮੁਕੱਦਮਿਆਂ 'ਤੇ ਜਿਹੜਾ ਪੈਸਾ ਖਰਚ ਹੋਣਾ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾਣਾ ਹੈ। ਤੁਹਾਨੂੰ ਕੋਈ ਚਿੰਤਾ ਨਹੀਂ। ਜਿਹੜੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਇੱਥੇ ਮਿਲਣ ਵਾਸਤੇ ਆਉਣਾ ਹੈ, ਕਈ ਪਰਿਵਾਰ ਵਿਚਾਰੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਕੋਈ ਆਰਥਿਕ ਸਮੱਸਿਆਵਾਂ ਹੁੰਦੀਆਂ ਨੇ, ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਸਾਡੇ ਕੋਲੇ ਇੱਥੇ ਪਹੁੰਚੋ, ਤੁਹਾਡੀ ਉਸ ਤਰ੍ਹਾਂ ਦੀ ਆਰਥਿਕ ਮਦਦ ਵੀ ਕੀਤੀ ਜਾਏਗੀ। ਉਧਰ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਉੱਤੇ ਵਾਪਰੀ ਘਟਨਾ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਪਟੀਸ਼ਨ ਦੇ ਵਿੱਚ ਅਪੀਲ ਕੀਤੀ ਗਈ ਸੀ ਕਿ ਜਾਂਚ ਦੇ ਦਰਮਿਆਨ ਸੁਪਰੀਮ ਕੋਰਟ ਦਖਲ ਦੇਵੇ। ਇਸ ਜਾਂਚ ਦੀ ਦਖਲ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਤੇ ਸਾਫ਼ ਤੌਰ ਦੇ ਉੱਤੇ ਇਸ ਪਟੀਸ਼ਨ ਕਰਤਾਵਾਂ ਨੂੰ ਕਿਹਾ ਗਿਆ ਹੈ ਕਿ ਸਰਕਾਰ ਦੇ ਵੱਲੋਂ ਫਿਲਹਾਲ ਜਾਂਚ कानूनी तरीके दे नाल हो रही है। आज माननीय सर्वोच्च न्यायालय ने जो 26 जनवरी को दिल्ली में गणतंत्र दिवस पर अशांति हुई थी, उपद्रव हुआ था, जो हुआ था दंगा फसाद हुआ था, उसके संबंध में जो एक याचिका कहें ठीक है, लेकिन वो याचिका का कोई औचित्य नहीं था, उसका कोई महत्व नहीं था, महत्वहीन याचिका थी। लेकिन माननीय सर्वोच्च न्यायालय आज उसकी सुनवाई की और सुनवाई करने के लिए साफ तौर पर कह दिया कि भारत सरकार कर रही है उसकी जांच, कानून के अनुसार काम होगा, कानून की व्यवस्थाओं के अनुसार काम होगा। और उन्होंने कोट भी किया कि माननीय प्रधानमंत्री जी ने, जैसा कि अखबारों में माननीय सर्वोच्च न्यायालय के मुख्य न्यायाधीश जी ने पढ़ा, तो उसमें कहा कि कानून अपने हिसाब से काम करेगा, इसलिए उसमें किसी तरह का जांच, किसी तरह की माननीय न्यायाधीशों के द्वारा 2 माननीय न्यायाधीशों से जांच कराने की मांग की गई थी, कोई जांच की जरूरत नहीं है। किसी को रिप्रेजेंटेशन देना है तो भारत सरकार को दे सकता है, अपना प्रार्थना पत्र दे सकता है, उसके लिए कोई प्रतिबंध नहीं हो, तो कभी भी कोई भी दे सकता है, उसके लिए तो हमें है अधिकार ही है। लेकिन इस तरह की जो एप्लीकेशन लगाई गई थी वो निरस्त कर दी है, डिसमिस कर दी है और का इस तरह की एप्लीकेशन का इस समय कोई औचित्य नहीं है। भारत सरकार अपना काम कर रही, कानून के मुताबिक काम कर रही है और इसलिए डिसमिस कर दी गई है, जिससे कि कोई भ्रांति न पैदा हो, क्योंकि ऐसी पेंडेंसी रहने से किसान आंदोलन पर, आगे सरकार पर, जांच एजेंसियों पर, इन्वेस्टिगेशन एजेंसियां हैं जो इन्वेस्टिगेशन ऑफिसर है, उनकी जांच इफेक्ट हो सकती थी। और ये आंदोलन तो किसानों के संगठनों के द्वारा किसान कानूनों के खिलाफ था आंदोलन, तो उस संबंध में जो भी आगे प्रोसेस होगा उसको आगे अडॉप्ट किया जाएगा। लेकिन आज माननीय सर्वोच्च न्यायालय के द्वारा जो भी विभिन्न याचिकाएं इस संबंध में लगाई गई थी कि 26 जनवरी को जो हुई है गणतंत्र दिवस पर अशांति फैली है, उसके संबंध में जांच हो, उन्होंने कहा कोई आवश्यकता इसकी नहीं है।
देखिए, सुनवाई के दौरान मेरे द्वारा 2 बिंदु उठाए गए थे कि पहले तो ये प्रोटेस्ट पीसफुल चल रहा था, अचानक से 26 जनवरी को ये सारा इंसिडेंट हुआ। दूसरा ये कि इन्वेस्टिगेशन जो है वो वन साइडेड ना हो। तो कोर्ट द्वारा कहा गया कि ऑलरेडी एफआईआर इसमें रजिस्टर्ड की जा चुकी हैं, और हमने स्टेटमेंट को भी सुना है प्राइम मिनिस्टर को, जिन्होंने कहा है कि लॉ विल टेक्स इट्स ओन कोर्स एंड वी विल एक्ट एज पर टू द लॉ। तो आज के दिन में या आज के समय में कह लीजिए कि अभी कोई हम आदेश नहीं दे सकते, और हमको लिबर्टी दी है कि वी शैल अप्रोच बिफोर द अप्रोप्रिएट अथॉरिटी और डिपार्टमेंट। तो आगे अगर कोई ऐसी परिस्थिति आती है कि हमको लगता है कि इन्वेस्टिगेशन अगर सही नहीं हो रही है या और भी कुछ ज़्यादा इनमें डीपली इन्वेस्टिगेशन होनी चाहिए, तो वी कैन फाइल द एप्लीकेशन। ਉਧਰ ਲਗਾਤਾਰ ਦਿੱਲੀ ਦੇ ਬਾਰਡਰਾਂ ਦੇ ਉੱਤੇ ਡਟੇ ਬੈਠੇ ਕਿਸਾਨਾਂ ਦੇ ਪਾਣੀ ਦੇ ਸਮੇਤ ਬਿਜਲੀ ਕੱਟ ਦਿੱਤੀ ਗਈ ਹੈ। ਉਹਨਾਂ ਦੇ ਰਸਤੇ ਬਲੌਕ ਕਰ ਦਿੱਤੇ ਗਏ ਨੇ, ਕੰਕਰੀਟ ਦੀਆਂ ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ, ਲੋਹੇ ਦੀਆਂ ਤਿੱਖੀਆਂ ਕਿੱਲਾਂ ਲਗਾ ਦਿੱਤੀਆਂ ਗਈਆਂ ਨੇ। ਇਸ ਸਭ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਆਵਾਜ਼ ਬੁਲੰਦ ਕੀਤੀ ਹੈ ਤੇ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਸੈਸ਼ਨ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਇਸ ਦੇ ਉੱਤੇ ਗੱਲਬਾਤ ਕਰਕੇ ਗਏ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਸੀ ਕਿ ਲਗਾਤਾਰ ਕਿਸਾਨਾਂ ਦੇ ਨਾਲ ਅਜਿਹਾ ਵਤੀਰਾ ਨਿੰਦਣਯੋਗ ਹੈ ਤੇ ਲਗਾਤਾਰ ਜਦੋਂ ਤੋਂ ਕਿਸਾਨ ਸੰਘਰਸ਼ ਦੇ ਉੱਤੇ ਬੈਠੇ ਨੇ ਉਹਨਾਂ ਦਾ ਸੰਘਰਸ਼ ਸ਼ਾਂਤਮਈ ਹੈ, ਪਰ ਜਦੋਂ ਸ਼ਾਂਤਮਈ ਲੋਕਾਂ ਦਾ ਵੀ ਪਾਣੀ ਬੰਦ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਇਹ ਚਿੰਤਾ ਦਾ ਵਿਸ਼ਾ ਹੈ। देखिए, जब देश के किसान धरने पे बैठे हुए हैं 2.5 महीने से, और ये सरकार ना उनके बारे में कोई बात करती है, ना राष्ट्रपति के अभिभाषण में कुछ होता है, ना हाउस में कुछ बोला जाता है, तो जो लोगों से चुने हुए लोग यहाँ पे भेजे गए हैं, जब हमारे लोग सड़कों पे बैठ के मर रहे हैं, तो हाउस में और बाकी बातें करने का मतलब ही क्या है? मैं तो इस सरकार पे हैरान हूँ कि जो सबसे गर्म मुद्दा है, सबसे अर्जेंट मुद्दा है, जिस करके लोग रोज लोगों की जाने जा रही हैं, आपने वहाँ पे एक ऐसा फोर्ट्रेस दीवारें खड़ी कर दी हैं, वहाँ पे स्पाइक्स लगा दिए हैं, ऐसे रॉड्स पुलिस को दे दिए। ये आपकी देश की जनता है, ये आपके अपने किसान हैं, देश के अन्नदाता हैं, और उनको जिस तरह से उनको ट्रीट किया जा रहा है, बहुत ही शर्मनाक। ਉਧਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਲਗਾਤਾਰ ਸਿਆਸਤ ਪੱਖੀ ਹੋਈ ਹੈ। ਵੱਖ-ਵੱਖ ਸਿਆਸੀ ਬਿਆਨ ਸਾਹਮਣੇ ਆ ਰਹੇ ਨੇ। ਇਸ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਦਾ ਬਿਆਨ ਆਇਆ ਸੀ, ਉਹਨਾਂ ਨੇ ਇਸ ਨੂੰ ਸਿਆਸੀ ਝਗੜਾ ਕਰਾਰ ਦਿੱਤਾ ਹੈ ਤੇ ਨਾਲ ਹੀ ਉਧਰ ਇਸ ਸਾਰੇ ਮਾਮਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਦਲਜੀਤ ਸਿੰਘ ਚੀਮਾ ਦੇ ਵੱਲੋਂ ਸਵਾਲ ਕੀਤੇ ਗਏ ਨੇ। ਲੋਕਤੰਤਰ ਦੇ ਇਤਿਹਾਸ ਦੇ ਵਿੱਚ ਕਿਸੇ ਪਾਰਟੀ ਦੇ ਪ੍ਰਧਾਨ ਦੇ ਉੱਤੇ ਐਡਾ ਵੱਡਾ ਹਮਲਾ ਹੋਇਆ ਹੋਵੇ, ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ। ਔਰ ਕੱਲ ਅਸੀਂ ਮੁੱਖ ਮੰਤਰੀ ਸਾਹਿਬ ਦੀ ਹਾਜ਼ਰੀ 'ਚ ਇਹ ਇਸ਼ੂ ਆਲ ਪਾਰਟੀ ਮੀਟਿੰਗ ਦੇ ਵਿੱਚ ਉਠਾਇਆ। ਉੱਥੇ ਰੰਧਾਵਾ ਸਾਹਿਬ ਖੁਦ ਮੌਜੂਦ ਸੀਗੇ। ਮੈਨੂੰ ਅਫਸੋਸ ਹੈ ਕਿ ਕੱਲ ਮੁੱਖ ਮੰਤਰੀ ਸਾਹਿਬ ਨੇ ਰੰਧਾਵਾ ਸਾਹਿਬ ਦੀ ਹਾਜ਼ਰੀ 'ਚ ਆਲ ਪਾਰਟੀ ਮੀਟਿੰਗ ਦੇ ਵਿੱਚ ਯਕੀਨ ਦਵਾਇਆ ਸੀ ਕਿ ਇਹਦੀ ਤਹਿ ਤੱਕ ਜਾਵਾਂਗੇ ਤੇ ਪੂਰਾ ਐਕਸ਼ਨ ਲਵਾਂਗੇ। ਅੱਜ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਜਿਹੜਾ ਉਹ ਢਾਲ ਬਣ ਕੇ ਫਿਰ ਜਿਹੜਾ ਦੋਸ਼ੀਆਂ ਦੇ ਨਾਲ ਖੜੇ, ਇਸ ਤੋਂ ਮਾੜਾ ਕੰਮ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਰ ਕੋਈ ਹੋ ਨਹੀਂ ਸਕਦਾ। ਇਸ ਲਈ ਮੈਂ ਮੁੱਖ ਮੰਤਰੀ ਸਾਹਿਬ ਤੋਂ ਸਪਸ਼ਟੀਕਰਨ ਚਾਹੁੰਦਾ ਕਿ ਕੱਲ ਜਿਹੜਾ ਆਲ ਪਾਰਟੀ ਮੀਟਿੰਗ ਵਿੱਚ ਤੁਹਾਡਾ ਭਰੋਸਾ ਸੀ, ਉਹ ਭਰੋਸਾ ਕਿੱਥੇ ਗਿਆ? ਤੁਹਾਡੇ ਕੈਬਨਿਟ ਮਿਨਿਸਟਰ ਦਾ ਇਸ ਤਰ੍ਹਾਂ ਸ਼ੈਲਟਰ ਕਰਨਾ ਕ੍ਰਾਈਮ ਨੂੰ, ਇਹ ਕਿੰਨਾ ਕੁ ਸ਼ੋਭਾ ਦਿੰਦਾ? ਮੈਂ ਆਸ ਕਰਦਾ ਕਿ ਮੁੱਖ ਮੰਤਰੀ ਸਾਹਿਬ ਇਹਦੇ ਤੇ ਆਪ ਕਲੈਰੀਫਿਕੇਸ਼ਨ ਦੇਣਗੇ। ਉਧਰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਗਈ ਹੈ। ਇਸ ਦਰਮਿਆਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਲੈ ਕੇ ਵੀ ਟਿੱਪਣੀ ਕੀਤੀ ਅਤੇ ਨਾਲ ਹੀ ਉਹਨਾਂ ਇਸ ਮੌਕੇ ਦੇ ਉੱਤੇ ਕਈ ਅਜਿਹੇ ਸਵਾਲ ਨੇ ਜੋ ਮੋਦੀ ਸਰਕਾਰ ਤੋਂ ਪੁੱਛੇ ਨੇ ਕਿ ਕਿਸਾਨਾਂ ਦਾ ਹੱਲ ਹਜੇ ਤੱਕ ਕਿਉਂ ਨਹੀਂ ਹੋ ਰਿਹਾ। This country is lacking leadership. There is no leadership in this country anymore. There is just talk. There is no understanding. There is no strategy. The thing has come apart. Now, of course, what is there is a media that is controlled. And so, reality of what is going on is not coming out. But believe me, that Maya is going to break. Somebody is going to break that Maya. And so my constant request to the Prime Minister is do your job. Do your job. You've been elected to do your job. Your job is not to sell this country to 1% of the population. That's not your job. Your job is to protect the Kisans who are standing outside. That's your job. Go hold their hand, give them a hug, and tell them, what is it that I can do for you? Your job is to make sure that small and medium businesses can compete with China. Talk to them. Ask them, because they have the answer to China. So the Prime Minister is basically given up. He is now on a different plane. He's got a beard and that we are going somewhere else now. And
the country is not being run. And it's my request to the Prime Minister, please gather up your courage and run the country. ਉਧਰ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪਾਰਲੀਮੈਂਟ ਸੈਸ਼ਨ ਦੇ ਸਮੇਤ ਲਗਾਤਾਰ ਬਾਹਰਲੇ ਮੁਲਕਾਂ ਦੇ ਵਿੱਚੋਂ ਕਿਸਾਨਾਂ ਦੇ ਹੱਕ ਦੇ ਵਿੱਚ ਹੋ ਰਹੇ ਟਵੀਟਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ। ਇਹਨਾਂ ਟਵੀਟਸ ਤੋਂ ਬਾਅਦ ਲਗਾਤਾਰ ਇਹ ਗੱਲ ਕਹੀ ਜਾ ਰਹੀ ਸੀ ਕਿ ਵਿਦੇਸ਼ਾਂ ਦੇ ਵਿੱਚ ਪ੍ਰੋਪਾਗੈਂਡਾ ਫੈਲਾਇਆ ਜਾ ਰਿਹਾ, ਜਿਸ ਨੂੰ ਲੈ ਕੇ ਸੰਜੇ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਇੱਕ ਜਨ ਅੰਦੋਲਨ ਹੈ। ਜਨ ਅੰਦੋਲਨ ਦੇ ਵਿੱਚ ਹਰ ਕੋਈ ਆਪਣਾ ਹਿੱਸਾ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰਦਾ, ਇਸ ਕਰਕੇ ਵਿਦੇਸ਼ਾਂ ਦੇ ਵਿੱਚ ਹੋ ਰਹੇ ਟਵੀਟ ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਗਲਤ नहीं लगते। देखिए, मैं सीधे तौर पे ये पूछना चाहता हूं इस सरकार से, अगर किसान 75 दिनों से आंदोलन कर रहा है और उसकी एक ही मांग है कि ये तीनों काला कानून वापस लिया जाए, 11 दौर की आप चर्चा और बातचीत कर चुके हैं और वो सारी की सारी वार्ता फेल हो चुकी है, उसमें भी किसानों की एक ही मांग है ये तीनों काला कानून वापस लिया जाए। अब आप कह रहे हैं कि राष्ट्रपति जी ने अपने अभिभाषण में 55 विषय पे बोला है, उसमें किसानी के विषय पर भी बोला है, तो 55 विषयों में जब आप बोलिए तो एक किसानों के मुद्दे पर भी बोल लीजिए। पहले तो ये हमें समझना पड़ेगा कि ये जो चर्चा हो रही है ये किसान के मुद्दे पर अलग से चर्चा नहीं हो रही है, ये तीनों काला कानून वापस लिए जाने के मुद्दे पर चर्चा नहीं हो रही है, ये चर्चा हो रही है राष्ट्रपति जी के अभिभाषण के ऊपर। और उस पे सरकार ये कह रही है कि आप राष्ट्रपति के अभिभाषण पर जब बोलिए उसी में आप किसान के मुद्दे पर बोल दीजिए। क्यों भाई, आपकी तानाशाही चलेगी हर जगह? तू इधर उधर की ना बात कर, ये बता कि कारवां क्यों लूटा, मुझे रहजनों से गिला नहीं, तेरी रहबरी पर सवाल है। आपने 11 दौर की वार्ता कर ली, बहुत घुमा लिया किसानों को, अब आप सीधे सीधे प्रस्ताव लेकर आइए कि हम तीनों काला कानून वापस लेने को तैयार, और उस पर सदन में चर्चा करके उसको पास कीजिए। पंजाब इस वेले दे विच फिलहाल दे लिए ना ही फिर मुड़ हाजिर हुने आ नवीं ते ताज़ा अपडेट्स दे नाल। तद तक ਲਈ ਮੈਨੂੰ ਦਿਓ इजाजत। बहुत बहुत धन्यवाद।